ਆਈਏ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਅੱਜ ਸਿੱਖਣ ਲਈ ਜਾ ਰਹੇ ਹਾਂ। ਪ੍ਰਭੂ ਦੇ ਵਚਨ ਦੇ ਵਿੱਚੋਂ ਇਹ ਸਿੱਖਣ ਲਈ ਜਾ ਰਹੇ ਹਾਂ ਕਿ ਇੱਧਰ ਲਿਖਿਆ ਸਦਾ ਆਨੰਦ ਰਹੋ। ਫਿਰ ਸਦਾ ਆਨੰਦ ਰਹਿਣਾ ਆ, ਤੇ ਉਸ ਸਦਾ ਆਨੰਦ ਰਹਿਣ ਦਾ ਭੇਤ ਕੀ ਹੈ? ਪ੍ਰਭੂ ਦਾ ਵਚਨ ਸਾਰਾ ਭੇਤ 'ਚ ਲਿਖਿਆ ਗਿਆ ਹੈ, ਔਰ ਜਦ ਭੇਤ ਦੇ ਵਿੱਚ ਲਿਖਿਆ ਗਿਆ ਉਹ ਭੇਤ ਸਾਨੂੰ ਮਿਲ ਗਿਆ ਤਾਂ ਅਸੀਂ ਆਨੰਦ ਰਹਿ ਸਕਦੇ ਹਾਂ। ਅਗਰ ਉਹ ਭੇਤ ਸਾਨੂੰ ਨਹੀਂ ਮਿਲਿਆ ਤੇ ਅਸੀਂ ਆਨੰਦ ਰਹਿ ਨਹੀਂ ਸਕਦੇ, ਪਰੇਸ਼ਾਨ ਰਵਾਂਗੇ। ਪ੍ਰਭੂ ਦੇ ਘਰ 'ਚ ਵੀ ਗਏ, ਅਸੀਂ ਵਚਨ ਵੀ ਪੜ੍ਹਦੇ ਹਾਂ, ਪ੍ਰਾਰਥਨਾ ਵੀ ਕਰਦੇ ਹਾਂ, ਫਿਰ ਵੀ ਟੈਨਸ਼ਨਾਂ। ਫਿਰ ਅੱਜ ਅਸੀਂ ਇਹ ਵੇਖਣਾ ਕਿ ਟੈਨਸ਼ਨਾਂ ਕਿਉਂ। ਆਈਏ ਅਸੀਂ ਪ੍ਰਭੂ ਦੇ ਵਚਨ 'ਚੋਂ ਪੜ੍ਹਾਂਗੇ। ਪਹਿਲਾ ਥੈਸਲੋਨੀਕੀਆਂ 5 ਦੇ ਉਸ ਦਾ 16 ਵਚਨ ਪੜ੍ਹ ਲਾਂਗੇ। ਸਦਾ ਆਨੰਦ ਰਹੋ। ਇੱਕ ਜਣੇ ਨੂੰ ਪੜ੍ਹਨਾ। ਸਦਾ ਆਨੰਦ ਰਹੋ, ਨਿਤ ਪ੍ਰਾਰਥਨਾ ਕਰੋ, ਹਰ ਹਾਲ ਵਿੱਚ ਧੰਨਵਾਦ ਕਰੋ। ਬਸ ਇਹਦੇ ਵਿੱਚ ਇੱਕ ਗੱਲ ਅਸੀਂ ਲੈਣ ਲਈ ਜਾ ਰਹੇ ਹਾਂ, ਸਦਾ ਆਨੰਦ ਰਹੋ। ਠੀਕ, ਹੁਣ ਇੱਧਰ ਆ ਗਿਆ ਸਦਾ ਆਨੰਦ ਰਹਿਣਾ। ਤੇ ਸਾਡੇ ਅੰਦਰ ਸਰੀਰ ਆ, ਪ੍ਰਾਣ ਆ, ਆਤਮਾ ਹੈ। ਇਹ ਤਿੰਨਾਂ ਨੇ ਇਕੱਠਿਆਂ ਨੇ ਆਨੰਦ ਨਹੀਂ ਹੋਣਾ। ਇਹਨਾਂ ਦਾ ਅਲੱਗ-ਅਲੱਗ ਪ੍ਰੋਗਰਾਮ ਆ। ਠੀਕ ਆ। ਹੁਣ ਬਹੁਤ ਸਾਰੇ ਲੋਕਾਂ ਦਾ ਪਰਮੇਸ਼ਰ ਨਾਲ ਸੰਬੰਧ ਹੀ ਨਹੀਂ ਜੁੜਿਆ। ਪ੍ਰਾਰਥਨਾ ਵੀ ਕਰਦੇ ਆ, ਵਚਨ ਵੀ ਪੜ੍ਹਦੇ ਆ, ਲੇਕਿਨ ਉਹਨਾਂ ਦੇ ਅੰਦਰ ਖੁਸ਼ੀ ਨਹੀਂ ਹੈਗੀ, ਉਹਨਾਂ ਦੇ ਅੰਦਰ ਆਨੰਦ ਨਹੀਂ ਹੈਗਾ। ਹੁਣ ਵਚਨ ਵੀ ਪੜ੍ਹਦੇ ਆ, ਪ੍ਰਾਰਥਨਾ ਵੀ ਕਰਦੇ ਆ, ਫਿਰ ਜਦ ਇਹਨਾਂ ਦੇ ਅੰਦਰ ਆਨੰਦ ਹੀ ਨਹੀਂ ਆ, ਇਹ ਤੇ ਕਦੋਂ ਵੀ ਬੈਕ ਸਾਈਡ ਹੋ ਜਾਣਗੇ। ਇਹ ਤੇ ਕਦੋਂ ਵੀ ਥੱਕ ਕੇ, ਹੰਬ ਕੇ, ਹਾਰ ਕੇ ਪਿੱਛੇ ਹਟ ਜਾਣਗੇ। ਲੇਕਿਨ ਇਹਨਾਂ ਨੂੰ ਇੱਕ ਭੇਤ ਜਿਹੜਾ ਇਹਨਾਂ ਤੋਂ ਲੁਕਿਆ ਹੋਇਆ ਆ, ਉਹ ਭੇਤ ਪ੍ਰਗਟ ਕਰਕੇ ਦੇਣਾ ਪ੍ਰਭੂ ਨੇ ਜ਼ਰੂਰੀ ਆ। ਔਰ ਉਹ ਆਪਣੇ ਦਾਸਾਂ ਦੇ ਦੁਆਰਾ ਉਹਨਾਂ ਵਚਨਾਂ ਨੂੰ ਪ੍ਰਗਟ ਕਰਕੇ ਦਿੰਦਾ ਆ। ਤੇ ਜੋ ਵੀ ਉਹਨਾਂ ਨੂੰ ਸੁਣ ਕੇ, ਸਿੱਖ ਕੇ, ਉਹਨਾਂ ਦੇ ਅਨੁਸਾਰ ਸੋਚਦਾ ਆ ਕਿ ਸੱਚ ਆ, ਤੇ ਫਿਰ ਉਹ ਕਦੀ ਜਿਹੜਾ ਉਹਦੇ ਅੰਦਰੋਂ ਆਨੰਦ ਹੈ ਖਤਮ ਨਹੀਂ ਹੁੰਦਾ। ਹੁਣ ਇਹਦਾ ਭੇਤ ਕੀ ਆ, ਇਹ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਪੜਾਂਗੇ। ਪਹਿਲੀ ਗੱਲ, ਸਾਡਾ ਆਨੰਦ ਬਣਿਆ ਰਹਿਣਾ ਹੈ ਤਾਂ ਸਾਡੇ ਜੀਵਨ ਦੇ ਵਿੱਚ ਘਟਨਾ ਕਿਹੜੀਆਂ ਨੇ ਜਿਹੜੀਆਂ ਘਟਨੀਆਂ ਨੇ। ਉਹ ਜਦੋਂ ਘਟਨਾ ਘਟਦੀ ਤਾਂ ਸਾਨੂੰ ਮਹਿਸੂਸ ਵੀ ਹੁੰਦਾ ਆ, ਸਮਝ ਵੀ ਲੱਗਦੀ ਆ। ਆਈਏ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ। ਯਹੋਨਾ ਦੀ ਇੰਜੀਲ ਉਹਦਾ 1 ਦੇ ਉਹਦਾ 12 ਵਚਨ ਪੜ੍ਹ ਲਾਂਗੇ। ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਉਸ ਨੇ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ। 13ਵੀਂ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ, ਉਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ, ਨਾ ਪੁਰਖ ਦੀ ਇੱਛਾ ਤੋਂ, ਪਰ ਪਰਮੇਸ਼ਰ ਤੋਂ ਪੈਦਾ ਹੋਏ। ਬਸ ਇੱਧਰ ਅਸੀਂ ਧਿਆਨ ਨਾਲ ਸਮਝਣਾ। ਇੱਧਰ ਅਸੀਂ ਪੜ੍ਹਿਆ ਆ ਕਿ ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ, ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਮਿਲਿਆ। ਫਿਰ ਅੱਗੇ ਆ ਗਿਆ, ਨਾ ਉਹ ਲਹੂ ਤੋਂ, ਨਾ ਉਹ ਮਾਸ ਤੋਂ, ਨਾ ਉਹ ਪੁਰਖ ਦੀ ਇੱਛਾ ਤੋਂ, ਸਗੋਂ ਪਰਮੇਸ਼ਰ ਤੋਂ ਪੈਦਾ ਹੋ ਗਏ। ਹੁਣ ਜਿਹੜੇ ਤੇ ਪਰਮੇਸ਼ਰ ਤੋਂ ਪੈਦਾ ਹੋਏ ਆ, ਉਹਨਾਂ ਦਾ ਬਾਹਰਲਾ ਸਰੀਰ ਜਿਹੜਾ ਮਿੱਟੀ ਦਾ ਆ, ਇਹ ਨਹੀਂ ਆ। ਉਹਨਾਂ ਦੇ ਅੰਦਰ ਜਿਹੜਾ ਆਤਮਾ ਆ, ਆਤਮਾ ਦੇ ਵਿੱਚ ਇੱਕ ਵਚਨ ਦੇ ਦੁਆਰਾ ਨਵਾਂ ਵਿਅਕਤੀ ਪੈਦਾ ਹੋ ਗਿਆ ਆ, ਜਿਹੜਾ ਅਵਿਨਾਸ਼ੀ ਆ। ਇਹ ਜਿਹੜਾ ਅਵਿਨਾਸ਼ੀ ਆ, ਇਹ ਖਾਂਦਾ ਵੀ ਅਵਿਨਾਸ਼ੀ ਚੀਜ਼ਾਂ ਆ, ਇਹ ਪੀਂਦਾ ਵੀ ਅਵਿਨਾਸ਼ੀ ਚੀਜ਼ਾਂ ਨੇ। ਇਹਦੇ ਲਈ ਸਾਰਾ ਕੁਝ ਅਵਿਨਾਸ਼ੀ ਚਾਹੀਦਾ ਹੈ। ਹੁਣ ਜਿਹਨੂੰ ਅਵਿਨਾਸ਼ੀ ਦਾ ਪਤਾ ਨਹੀਂ, ਉਹ ਕਦੀ ਵੀ ਖੁਸ਼ ਨਹੀਂ ਰਹਿ ਸਕਦਾ। ਪਹਿਲੀ ਗੱਲ, ਅਸੀਂ ਪਰਮੇਸ਼ਰ ਤੋਂ ਪੈਦਾ ਹੋਣੇ ਚਾਹੀਦੇ ਹਾਂ। ਪਹਿਲੀ ਗੱਲ, ਅਸੀਂ ਪਰਮੇਸ਼ਰ ਤੋਂ ਪੈਦਾ ਹੋਣੇ ਚਾਹੀਦੇ ਹਾਂ।
ਹੁਣ ਆਪਣੇ ਕੋਲ ਵੀ ਅਸੀਂ ਲਿਖ ਸਕਦੇ ਹਾਂ, ਵਚਨ ਦੇ ਦੁਆਰਾ ਪੈਦਾ ਹੋਣਾ ਜੀ, ਵਚਨ ਦੇ ਦੁਆਰਾ ਪੈਦਾ ਹੋਣਾ। ਅਸੀਂ ਪੈਦਾ ਹੋਣਾ ਹੈ। ਪਹਿਲਾਂ ਅਸੀਂ ਮਾਂ ਪਿਓ ਦੀ ਕੁੱਖ ਤੋਂ ਪੈਦਾ ਹੋਏ, ਲੇਕਿਨ ਹੁਣ ਨਵੇਂ ਸਿਰੇ ਤੋਂ ਵਚਨ ਤੋਂ ਪੈਦਾ ਹੋਣਾ। ਵਚਨ ਤੋਂ ਪੈਦਾ ਹੋ ਗਏ ਤੇ ਪਰਮੇਸ਼ਰ ਤੋਂ ਪੈਦਾ ਹੋ ਗਏ। ਪਰਮੇਸ਼ਰ ਤੋਂ ਪੈਦਾ ਹੋ ਗਏ ਤੇ ਸਾਡੀ ਹਾਲਤ ਬਦਲ ਗਈ। ਸਾਡੇ ਜੀਵਨ ਦੇ ਵਿੱਚ ਨਵੀਆਂ ਨਵੀਆਂ ਗੱਲਾਂ ਆ ਗਈਆਂ ਨੇ। ਸਾਡੇ ਜੀਵਨ ਦੇ ਵਿੱਚ ਸਵਰਗ ਦਾ ਅਨੁਭਵ ਹੋ ਗਿਆ। ਅਸੀਂ ਅਵਿਨਾਸ਼ੀ ਹੋ ਗਏ। ਹੁਣ ਅਸੀਂ ਕਦੀ ਮਰਨਾ ਨਹੀਂ ਆ। ਹੁਣ ਸਾਨੂੰ ਕਦੀ ਵੀ ਡਰ ਨਹੀਂ ਆਉਣਾ। ਕਿਉਂ? ਕਿਉਂਕਿ ਅਸੀਂ ਪਰਮੇਸ਼ਰ ਤੋਂ ਪੈਦਾ ਹੋ ਗਏ ਹਾਂ। ਪਰਮੇਸ਼ਰ ਤੋਂ ਪੈਦਾ ਹੋ ਗਏ ਹਾਂ, ਪਰਮੇਸ਼ਰ ਦੇ ਪੁੱਤਰ ਬਣ ਗਏ ਹਾਂ। ਹੁਣ ਕੋਈ ਵੀ ਚੀਜ਼ ਸਾਨੂੰ ਡਰਾ ਨਹੀਂ ਸਕਦੀ। ਤਾਂ ਆਈਏ ਅੱਗੇ ਅਸੀਂ ਚੱਲਾਂਗੇ। ਪਹਿਲਾ ਪਤਰਸ ਉਹਦਾ 1 ਅਧਿਆਇ ਉਹਦਾ 23 ਵਚਨ, 1 ਦਾ 23। ਸਪੀਡ ਵਧਾਉਣੀ ਪਊਗੀ, ਥੋੜਾ ਜਲਦੀ ਹੈ। ਕਿਉਂ ਜੋ ਤੁਸੀਂ ਨਾਸ਼ਵਾਨ ਦੁੱਖਾਂ ਤੋਂ ਨਹੀਂ ਸਗੋਂ ਅਵਿਨਾਸ਼ੀ ਦੁੱਖਾਂ ਤੋਂ, ਅਵਿਨਾਸ਼ੀ ਤੋਂ, ਹਾਂ, ਪਰਮੇਸ਼ਰ ਦੇ ਵਚਨ ਦੇ ਰਾਹੀਂ ਜਿਹੜਾ ਜਿਉਂਦਾ ਤੇ ਇਸਤਰ ਹੈ, ਨਵੇਂ ਸਿਰਿਓਂ ਜਨਮੇ ਹੋ। ਹੁਣ ਅਸੀਂ ਨਵੇਂ ਸਿਰਿਓਂ ਜਨਮੇ ਹਾਂ। ਇਹ ਆ ਪਰਮੇਸ਼ਰ ਤੋਂ ਪੈਦਾ ਹੋਏ। ਹੁਣ ਪਰਮੇਸ਼ਰ ਤੋਂ ਜਿਹੜਾ ਪੈਦਾ ਹੋ ਗਿਆ ਉਹ ਪਰਮੇਸ਼ਰ ਦਾ ਪੁੱਤਰ ਬਣ ਗਿਆ। ਜਦੋਂ ਪਰਮੇਸ਼ਰ ਦਾ ਪੁੱਤਰ ਬਣ ਗਿਆ ਆ, ਇਹ ਹੁਣ ਲਹੂ ਤੋਂ ਨਹੀਂ ਆ, ਇਹ ਮਾਸ ਤੋਂ ਨਹੀਂ ਆ, ਇਹ ਪੁਰਖ ਦੀ ਇੱਛਾ ਤੋਂ ਨਹੀਂ ਆ, ਇਹ ਪਰਮੇਸ਼ਰ ਤੋਂ ਪੈਦਾ ਹੋਇਆ। ਜਦ ਪਰਮੇਸ਼ਰ ਤੋਂ ਪੈਦਾ ਹੋ ਗਿਆ, ਇਹ ਪਰਮੇਸ਼ਰ ਵਰਗਾ ਆ। ਇਹਦੀਆਂ ਆਦਤਾਂ ਪਰਮੇਸ਼ਰ ਵਰਗੀਆਂ ਨੇ। ਇਹਦਾ ਰਹਿਣਾ ਸਹਿਣਾ ਪਰਮੇਸ਼ਰ ਵਰਗਾ ਹੈ। ਇਹ ਹੁਣ ਪਰਮੇਸ਼ਰ ਦਾ ਪ੍ਰਤੀਰੂਪ ਬਣ ਚੁੱਕਾ ਹੈ। ਇਸ ਲਈ ਪਰਮੇਸ਼ਰ ਤੋਂ ਪੈਦਾ ਆਇਆ ਤਾਂ ਪਰਮੇਸ਼ਰ ਇਹਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੂਗਾ। ਕਿਉਂ? ਕਿਉਂਕਿ ਉਹਦਾ ਬੱਚਾ ਹੈ ਨਾ। ਜਦੋਂ ਉਹਦਾ ਬੱਚਾ ਹੈ ਤੇ ਫਿਰ ਕੋਈ ਦੁਨੀਆ ਦੀ ਚੀਜ਼ ਇਹਦਾ ਨੁਕਸਾਨ ਨਹੀਂ ਕਰ ਸਕਦੀ। ਪਰਮੇਸ਼ਰ ਆਪਦੇ ਬੱਚੇ ਦੀ ਰਾਖੀ ਨਹੀਂ ਕਰ ਸਕਦਾ ਤੇ ਫਿਰ ਕਿਹਦੀ ਰਾਖੀ ਕਰੂਗਾ? ਕਿਉਂਕਿ ਉਹ ਪਰਮੇਸ਼ਰ ਆ, ਉਹ ਸਰਵ ਸ਼ਕਤੀਮਾਨ ਆ। ਉਹ ਜਦੋਂ ਧਰਤੀ ਤੇ ਉਤਰਦਾ ਨਾ, ਧਰਤੀ ਕੰਬਦੀ ਆ। ਉਹਦੇ ਸਾਹਮਣੇ ਕੋਈ ਜਾ ਹੀ ਨਹੀਂ ਸਕਦਾ, ਉਹਦਾ ਕੋਈ ਸਾਹਮਣਾ ਕਰ ਹੀ ਨਹੀਂ ਸਕਦਾ। ਇਸ ਲਈ ਮੈਂ ਉਹਦੇ ਤੋਂ ਪੈਦਾ ਹੋਇਆ। ਜਦ ਮੈਂ ਉਹਦੇ ਤੋਂ ਪੈਦਾ ਹੋਇਆ ਤੇ ਮੈਨੂੰ ਸਮਝ ਲੱਗ ਜਾਣੀ ਆ, ਮੇਰੇ ਅੰਦਰੋਂ ਆਨੰਦ ਖਤਮ ਨਹੀਂ ਹੋਣਾ। ਮੈਂ ਦੂਸਰਿਆਂ ਨੂੰ ਆਨੰਦ ਕਰਨਾ ਹੈ, ਮੈਂ ਦੂਸਰਿਆਂ ਨੂੰ ਆਨੰਦ ਨਾਲ ਭਰਨਾ ਹੈ। ਹੁਣ ਮੈਂ ਉਹ ਨਹੀਂ ਰਿਹਾ ਜਿਹੜਾ ਪਹਿਲਾਂ ਸੀ। ਮੈਂ ਆਤਮਿਕ ਤੌਰ ਤੇ ਪੈਦਾ ਹੋ ਗਿਆ। ਇਸ ਲਈ ਆਈਏ ਇਫਸੀਆਂ ਦੀ ਪੱਤਰੀ 2 ਅਧਿਆਇ 14 ਵਚਨ ਪੜ੍ਹ ਲੈ। ਕਿਉਂ ਜੋ ਉਹ ਸਾਡਾ ਮਿਲਾਪ ਹੈ, ਹਾਂ, ਜਿਸ ਨੇ ਦੋਹਾਂ ਨੂੰ ਇੱਕ ਕੀਤਾ। ਧਿਆਨ ਨਾਲ ਸਮਝਣਾ ਇਸ ਗੱਲ ਨੂੰ। ਅਸੀਂ ਤੇ ਪਰਮੇਸ਼ਰ ਅਲੱਗ-ਅਲੱਗ ਸੀ। ਇਧਰ ਸਮਝੋ ਜੀ, ਅਸੀਂ ਤੇ ਪਰਮੇਸ਼ਰ ਅੱਡ-ਅੱਡ ਸੀ। ਪ੍ਰਭੂ ਯਿਸੂ ਨੇ ਵਿੱਚ ਆਣ ਕੇ ਖੜਾ ਹੋ ਕੇ ਦੋਵਾਂ ਨੂੰ ਇੱਕ ਕਰਤਾ। ਠੀਕ? ਸਾਡੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਇੱਕ ਦੀਵਾਰ ਸੀ। ਅੱਗੇ ਹੋਰ ਚੱਲਾਂਗੇ, ਫਿਰ ਸਾਨੂੰ ਸਮਝ ਲੱਗ ਜੂਗੀ। ਹਾਂ, ਅਤੇ ਆਪਣੇ ਸਰੀਰ ਵਿੱਚ ਹਾਂ ਵੈਰ ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਹਾਂ ਢਾ ਦਿੱਤਾ। ਠੀਕ ਆ, ਉਹਨੇ ਦੋਵਾਂ ਨੂੰ ਇੱਕ ਕੀਤਾ ਤੇ ਸਾਡੇ ਵਿੱਚ ਵੈਰ ਤੇ ਵਿਰੋਧ ਵਾਲੀ ਕੰਧ ਸੀ, ਪਰਮੇਸ਼ਰ ਦੇ ਵਿੱਚ ਤੇ ਸਾਡੇ ਵਿੱਚ। ਧਿਆਨ ਦਿਓ, ਇਹ ਤੁਸੀਂ ਬਾਅਦ 'ਚ ਵੀ ਪੜ੍ਹ ਸਕਦੇ। ਇੱਧਰ ਧਿਆਨ ਦਿਓ। ਹੈ ਤੁਸੀਂ ਇਹ ਸਮਝਣ ਵਾਲੀ ਗੱਲ। ਅਸੀਂ ਇਹ ਸਮਝਣਾ ਕੀ ਆ, ਮੇਰੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਬਹੁਤ ਵੱਡਾ ਵੈਰ ਸੀ। ਵੈਰ ਕੀ ਸੀ? ਮੇਰੇ ਅੰਦਰ ਪਾਪ ਸੀ। ਪਾਪ ਹੋਣ ਦੇ ਕਾਰਨ ਮੈਂ ਪਰਮੇਸ਼ਰ ਦਾ ਦੁਸ਼ਮਣ ਬਣਿਆ ਬੈਠਾ ਸੀ। ਮੈਂ ਪਰਮੇਸ਼ਰ ਦੇ ਹਰ ਕੰਮ ਖਿਲਾਫ ਕਰਦਾ ਸੀ, ਲੇਕਿਨ ਪਰਮੇਸ਼ਰ ਬੜੇ ਧੀਰਜ ਦੇ ਨਾਲ ਮੈਨੂੰ ਸਹਿੰਦਾ ਸੀ। ਉਹ ਸਹਿ ਕਿਉਂ ਰਿਹਾ ਆ? ਉਹਨੂੰ ਇਹ ਸਮਝ ਲੱਗ ਚੁੱਕੀ ਆ ਕਿ ਇਹ ਮੇਰਾ ਦੁਸ਼ਮਣ ਨਹੀਂ ਆ, ਇਹ ਤੇ ਮੇਰਾ ਪੁੱਤਰ ਹੀ ਆ। ਪਰ ਇਹਦੇ ਅੰਦਰ ਜਿਹੜਾ ਸ਼ੈਤਾਨ ਦਾ ਘੱਲਿਆ ਆਇਆ ਪਾਪ ਆ, ਉਹ ਮੇਰਾ ਦੁਸ਼ਮਣ ਹੈ, ਉਹ ਮੇਰਾ ਵਿਰੋਧ ਕਰਦਾ। ਇਸ ਲਈ ਮੈਂ ਪਰਮੇਸ਼ਰ ਦਾ ਵਿਰੋਧ ਕਰਦਾ ਸੀ। ਮੇਰੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਇੱਕ ਜੁਦਾਈ ਦੀ ਕੰਧ ਸੀ।
ਅਸੀਂ ਇੱਕ ਦੂਸਰੇ ਤੋਂ ਦੂਰ ਦੂਰ ਸੀ, ਨੇੜੇ ਆਉਣਾ ਚਾਹੁੰਦੇ ਸੀ ਪਰ ਨਹੀਂ ਹੀ ਆ ਸਕਦੇ। ਪ੍ਰਭੂ ਯਿਸੂ ਵਿੱਚ ਖੜਾ ਆ, ਲਿਖਿਆ ਉਹਨੇ ਦੋਵਾਂ ਨੂੰ ਇੱਕ ਕਰ ਦਿੱਤਾ। ਹੁਣ ਮੈਂ ਤੇ ਮੇਰਾ ਪਰਮੇਸ਼ਰ ਇੱਕ ਹੋ ਗਏ। ਜਦ ਮੈਂ ਆਪਣੇ ਪਰਮੇਸ਼ਰ ਨਾਲ ਸੰਗਤੀ ਕੀਤੀ ਤੇ ਪਰਮੇਸ਼ਰ ਨਾਲ ਸੰਗਤੀ ਕਰਨ ਦੇ ਦੁਆਰਾ, ਮੇਰੇ ਕੰਨਾਂ ਦੇ ਦੁਆਰਾ ਜਦ ਮੈਂ ਸੁਣਿਆ, ਉਹ ਪਰਮੇਸ਼ਰ ਦੇ ਵਚਨ ਦਾ ਬੀਜ ਮੇਰੀ ਆਤਮਾ ਦੇ ਅੰਦਰ ਚਲੇ ਗਿਆ। ਜਦੋਂ ਆਤਮਾ ਦੇ ਅੰਦਰ ਵਚਨ ਦਾ ਬੀਜ ਗਿਆ ਤਾਂ ਮੇਰੇ ਅੰਦਰ ਵਚਨ ਤੋਂ ਇੱਕ ਨਵਾਂ ਵਿਅਕਤੀ ਪੈਦਾ ਹੋ ਗਿਆ। ਇਸ ਲਈ ਜਿਵੇਂ ਔਰਤ ਆਦਮੀ ਦੀ, ਲੜਕੇ ਲੜਕੀ ਦੀ ਸ਼ਾਦੀ ਹੋ ਜਾਂਦੀ ਆ, ਲੜਕਾ ਲੜਕੀ ਜਦੋਂ ਉਹ ਵਿਆਹੁਤਾ ਹੋ ਜਾਂਦੇ ਆ, ਇਕੱਠੇ ਹੁੰਦੇ ਆ, ਲੜਕੇ ਲੜਕੀ ਦਾ ਬੀਜ ਜਦੋਂ ਇਕੱਠਾ ਹੁੰਦਾ ਆ, ਉਹਨਾਂ ਤੋਂ ਇੱਕ ਬੱਚਾ ਉਤਪੰਨ ਹੁੰਦਾ ਆ ਤੇ ਉਹ ਬੱਚਾ ਜਦੋਂ ਜਨਮ ਲੈਂਦਾ ਆ ਤੇ ਉਹ ਉਹਨਾਂ ਦੋਵਾਂ ਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਦੇ ਦੁਆਰਾ ਜਦੋਂ ਪਰਮੇਸ਼ਰ ਦੇ ਨਾਲ ਮੇਰੀ ਸੰਗਤੀ ਹੋਈ, ਇਹ ਆਤਮਿਕ ਗੱਲ ਆ, ਪਵਿੱਤਰ ਗੱਲ ਆ। ਪਰਮੇਸ਼ਰ ਦੇ ਵਚਨਾਂ ਨਾਲ ਸੰਗਤੀ ਹੋਈ, ਪਰਮੇਸ਼ਰ ਦੇ ਵਚਨ ਮੇਰੇ ਕੰਨਾਂ ਦੇ ਦੁਆਰਾ ਮੇਰੇ ਆਤਮਾ ਦੇ ਵਿੱਚ ਗਏ ਤੇ ਮੇਰੇ ਆਤਮਾ ਦੇ ਵਿੱਚ ਇੱਕ ਨਵਾਂ ਇਨਸਾਨ ਪੈਦਾ ਹੋ ਗਿਆ। ਆइए पढ़ लांगे आगे हो। ਸ਼ਰਾਂ ਨੂੰ ਵਿਧਿਆ ਅਤੇ ਕਰੁਣਾ ਸਣੇ ਅਕਾਰਤ ਕਰ ਦਿੱਤਾ, ਤਾਂ ਜੋ ਦੋਹਾਂ ਤੋਂ ਆਪ ਵਿੱਚ ਇੱਕ ਨਵਾਂ ਇਨਸਾਨ ਰਚ ਕੇ ਮੇਲ ਕਰਾਵੇ। ਇਧਰ ਲਿਖਿਆ ਦੋਹਾਂ ਤੋਂ ਆਪ ਵਿੱਚ ਇੱਕ ਨਵਾਂ ਇਨਸਾਨ ਰਚ ਕੇ ਤੇ ਪਰਮੇਸ਼ਰ ਨਾਲ ਮੇਲ ਕਰਾਵੇ। ਹੁਣ ਇਧਰ ਅਸੀਂ ਅੱਗੇ ਜਾ ਰਹੇ ਹਾਂ, ਠੀਕ ਹੈ। इधर आ गया एक नवा व्यक्ति मेरे अंदर उत्पन्न हो गया। हुण जिहड़ा नवा व्यक्ति उत्पन्न होया आ, ये बाहरली जिहड़ी शरीर की बॉडी आ, ये हरजीत कौर आ, लेकिन स्वर्ग दे विच हरजीत कौर नहीं आ। स्वर्ग दे विच परमेश्वर दा पुत्र आ हरजीत कौर। आदमी औरत दा उपर कोई फर्क नहीं आ, क्योंकि आदमी भी परमेश्वर के वचनों तो पैदा आया, औरत भी परमेश्वर के वचनों तो पैदा आई। स्वर्ग दे विच भाई भैन का कोई फर्क नहीं है, क्योंकि दोवें ही परमेश्वर तो पैदा है, दोवें ही एक समान है। जब दोवें ही परमेश्वर तो पैदा होए तो ये परमेश्वर के वचन के द्वारा पैदा जिहड़ा होया, ये आत्मा च होया। ठीक, जिहड़ा नवा व्यक्ति पैदा आया ਉਹਦਾ ਨਾਂ ਹਰਜੀਤ ਆ, ਲੇਕਿਨ ਹਰਜੀਤ ਜਿਹੜਾ ਆਤਮਾ ਦੇ ਦੁਆਰਾ ਵਚਨ ਦੇ ਦੁਆਰਾ ਪੈਦਾ ਹੋਇਆ ਉਹ ਅਵਨਾਸ਼ੀ ਆ। ਉਹਨੇ ਕਦੀ ਨਾਸ਼ ਨਹੀਂ ਹੋਣਾ। ਜਦੋਂ ਉਹਨੇ ਕਦੀ ਨਾਸ਼ ਹੀ ਨਹੀਂ ਹੋਣਾ ਤੇ ਉਹਦੇ ਅੰਦਰੋਂ ਕਦੀ ਆਨੰਦ ਵੀ ਖਤਮ ਨਹੀਂ ਹੋਣਾ, ਸਵਰਗ ਦਾ ਆਨੰਦ। ਇਹ ਬਾਹਰ ਦੀਆਂ ਟੈਨਸ਼ਨਾਂ ਨੂੰ ਉਹ ਕੁਛ ਨਹੀਂ ਸਮਝਦਾ, ਕਿਉਂਕਿ ਉਹਦੇ ਅੰਦਰ ਇੱਕ ਨਵਾਂ ਵਿਅਕਤੀ ਉਤਪੰਨ ਹੋ ਚੁੱਕਾ ਹੈ। ਹੁਣ ਉਹਨੂੰ ਕਿਸੇ ਦਾ ਡਰ, ਅਵਨਾਸ਼ੀ ਆ, ਉਹ ਤਾਂ ਕਦੀ ਮਰੂਗਾ ਹੀ ਨਹੀਂ। ਉਹਦੀ ਹੁਣ ਉਮਰ ਹੋ ਗਈ ਯੁਗਾਨ ਯੁਗ। ਪਹਿਲਾਂ ਹਰਜੀਤ ਦੀ ਉਮਰ ਕਿੰਨੀ ਸੀ? 50 ਸਾਲ, 60 ਸਾਲ, 70 ਸਾਲ, ਵੱਧ ਤੋਂ ਵੱਧ 100 ਸਾਲ, 120 ਸਾਲ, ਇਹਦੇ ਵੱਧ ਤੇ ਨਹੀਂ ਸੀ ਹੈਗੀ। ਲੇਕਿਨ ਹੁਣ ਇਹ ਹਰਜੀਤ ਜਿਹੜੀ ਪਰਮੇਸ਼ਰ ਤੋਂ ਪੈਦਾ ਹੋ ਗਈ, ਇਹਦੀ ਉਮਰ ਹੋ ਗਈ ਯੁਗਾਨ ਯੁਗ। ਇਹ ਹੋ ਗਈ ਅਵਨਾਸ਼ੀ। ਇਹ ਹੁਣ ਅਨੰਤ ਕਾਲ ਦੀ ਯੋਜਨਾ 'ਚ ਜਾਊਗੀ। ਕਿਉਂ? ਜਿੱਥੇ ਪਰਮੇਸ਼ਰ ਰਹੂਗਾ ਇਹ ਪਰਮੇਸ਼ਰ ਦੇ ਨਾਲ ਰਹੂਗੇ। ਇਸ ਲਈ ਹੁਣ ਇਹਨੂੰ ਕਿਸੇ ਗੱਲ ਦਾ ਵੀ ਖਤਰਾ ਨਹੀਂ ਆ। ਅਗਲੀ ਗੱਲ, ਹੁਣ ਸਾਡੇ ਆਤਮਾ ਦੇ ਵਿੱਚ ਪਰਮੇਸ਼ਰ ਦੇ ਵਚਨ ਦੇ ਦੁਆਰਾ ਨਵਾਂ ਜਨਮ ਹੋਇਆ। ਹੁਣ ਸਾਡੀ ਭਗਤੀ ਵੀ ਆਤਮਿਕ ਹੋਣੀ ਚਾਹੀਦੀ ਹੈ, ਸਰੀਰ ਦੀ ਨਹੀਂ। ਕਾਹਦੀ ਭਗਤੀ? ਆਤਮਾ ਦੀ। ਆਈਏ यूहन्ना दी इंजील 4:23 वचन। पर वो समा आउंदा है, सगों हुणे ही, इसे वक्त, इसे घड़ी वो समा आउंदा है, सगों हुणे है। हाँ, जो सच्चे भक्त आत्मा ਅਤੇ ਸਚਾਈ ਨਾਲ ਪਿਤਾ ਦੀ ਭਗਤੀ ਕਰਨਗੇ। ਹੁਣ ਇਹ
ਭਗਤੀ ਜਿਹੜੀ ਆ ਆਤਮਾ ਤੇ ਸੱਚਾਈ ਦੀ ਆ, ਇਹ ਸਰੀਰ ਦੀ ਨਹੀਂ ਆ। ਠੀਕ ਹੈ ਜੀ, ਕਿਉਂਕਿ ਪਰਮੇਸ਼ਰ ਸਾਡਾ ਵੀ ਆਤਮਾ ਆ। ਪੜ੍ਹ ਲਈ ਅੱਗੇ 24 ਵਚਨ ਨੂੰ। ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ। ਹਾਂ, ਪਰਮੇਸ਼ਰ ਆਤਮਾ ਹੈ ਅਤੇ ਜੋ ਉਹਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਭਈ ਉਹ ਆਤਮਾ ਦੇ ਸੱਚਾਈ ਨਾਲ ਭਗਤੀ ਕਰਨ। ਠੀਕ ਹੈ ਜੀ, ਹੁਣ ਅੱਗੇ ਆ ਗਿਆ ਪਰਮੇਸ਼ਰ ਵੀ ਇੱਕ ਆਤਮਾ ਹੈ। ਠੀਕ, ਮੇਰੇ ਵੀ ਆਤਮਾ ਦੇ ਵਿੱਚ ਹੀ ਕੰਮ ਹੋਇਆ ਵਚਨਾਂ ਦਾ। ਮੇਰੀ ਆਤਮਾ ਦੇ ਵਿੱਚ ਜਦੋਂ ਵਚਨਾਂ ਦਾ ਕੰਮ ਹੋਇਆ ਮੈਨੂੰ ਮੁਕਤੀ ਮਿਲ ਗਈ। ਮੇਰਾ ਆਤਮਾ ਨਰਕ ਦੀ ਅੱਗ ਤੋਂ ਬਚ ਗਿਆ। ਜਦੋਂ ਆਤਮਾ ਬਚ ਗਿਆ ਮੇਰੇ ਅੰਦਰ ਅਵਿਨਾਸ਼ੀ ਬੀਜ ਆ ਗਿਆ। ਹੁਣ ਮੇਰੇ ਅੰਦਰ ਆਤਮਿਕ ਆਨੰਦ ਆ ਗਿਆ। ਹੁਣ ਮੇਰਾ ਇਹ ਆਤਮਿਕ ਆਨੰਦ ਜਿਹੜਾ ਆ, ਇਹ ਖੁਸ਼ੀ ਜਿਹੜੀ ਹੈ ਕਿਉਂ ਇੰਨੀ ਆ? ਕਿਉਂਕਿ ਮੇਰਾ ਪਰਮੇਸ਼ਰ ਵੀ ਇੱਕ ਆਤਮਾ ਹੈ। ਉਹ ਆਤਮਾ ਦਾ, ਮੇਰੇ ਆਤਮਾ ਦਾ ਉਹ ਪਰਮਾਤਮਾ ਦੇ ਨਾਲ ਮੇਲ ਹੋ ਗਿਆ। ਉਹਦੇ ਨਾਲ ਮੇਰਾ ਗੂੜਾ ਸੰਬੰਧ ਹੋ ਗਿਆ। ਜਦ ਉਹਦੇ ਨਾਲ ਮੇਰਾ ਗੂੜਾ ਸੰਬੰਧ ਹੋ ਗਿਆ ਮੇਰੀ ਸਾਰੀ ਗਮੀ ਚਲੇਗੀ, ਸਾਰੀ ਟੈਨਸ਼ਨ ਖਤਮ ਹੋ ਗਈ। ਕਿਉਂ? ਕਿਉਂਕਿ ਮੈਂ ਹੁਣ ਆਤਮਾ ਤੇ ਸੱਚਾਈ ਦੇ ਨਾਲ ਚੱਲਦਾ ਹਾਂ। ਮੈਂ ਹੁਣ ਭਗਤੀ ਵੀ ਆਤਮਾ ਤੇ ਸੱਚਾਈ ਨਾਲ ਕਰਦਾ ਹਾਂ। ਹੁਣ ਮੇਰੇ ਸਾਰੇ ਕੰਮ ਜਿਹੜੇ ਆ ਉਹ ਸੱਚੇ ਆ। ਹੁਣ ਦੁਨੀਆਦਾਰੀ ਦੇ ਕੰਮ ਜਿਹੜੇ ਮੈਂ ਕਰਦਾ ਆ, ਜਿੰਨਾ ਚਿਰ ਦੁਨੀਆ 'ਚ ਰਹਿਣਾ ਕਰਨੇ ਆ, ਜਿੰਨਾ ਚਿਰ ਦੁਨੀਆ ਦੇ ਵਿੱਚ ਮੈਂ ਚੱਲ ਰਿਹਾ ਹਾਂ ਮੈਨੂੰ ਦੁਨੀਆ ਦੀ ਲੋੜ ਆ, ਲੇਕਿਨ ਨਾਲ ਦੀ ਨਾਲ ਮੈਂ ਆਤਮਿਕ ਤੌਰ ਤੇ ਤਿਆਰ ਹੋ ਗਿਆ ਆ। ਹੁਣ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆ। ਮੇਰੇ ਅੰਦਰ ਹੁਣ ਆਤਮਿਕ ਆਨੰਦ ਰਹੂਗਾ। ਆਈਏ ਅੱਗੇ ਚਲਾਂਗੇ। ਗਲਾਤੀਆਂ ਦੀ ਪੱਤਰੀ ਉਸਦਾ 5 ਦੇ 16 ਵਚਨ। ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆ ਨਾ ਕਰੋਗੇ। ਇਧਰ ਅਸੀਂ ਧਿਆਨ ਨਾਲ ਸਮਝਣਾ ਹੈ। ਜਿੰਨਾ ਚਿਰ ਤੱਕ ਮੇਰਾ ਆਤਮਿਕ ਜਨਮ ਹੋਇਆ ਨਹੀਂ ਉਹਨਾਂ ਚਿਰ ਤੱਕ ਮੈਨੂੰ ਆਤਮਾ ਕੀ ਹੈ, ਸਰੀਰ 'ਚ ਚੱਲਣਾ ਕੀ ਹੈ, ਉਹਦੇ ਬਾਰੇ ਕੋਈ ਗਿਆਨ ਨਹੀਂ ਹੈ। ਠੀਕ, ਮੈਨੂੰ ਗਿਆਨ ਉਦੋਂ ਆਊਗਾ ਜਦੋਂ ਮੇਰਾ ਆਤਮਿਕ ਜਨਮ ਹੋ ਗਿਆ। ਇਸ ਲਈ ਜਦੋਂ ਆਤਮਿਕ ਜਨਮ ਹੋ ਗਿਆ ਮੈਨੂੰ ਇਹ ਸਮਝ ਲੱਗ ਗਈ ਕਿ ਮੇਰਾ ਆਤਮਿਕ ਜਨਮ ਹੋ ਗਿਆ ਆ। ਹੁਣ ਮੈਂ ਸਰੀਰ ਦੇ ਅਨੁਸਾਰ ਨਹੀਂ ਚੱਲਣਾ, ਮੈਂ ਆਤਮਾ ਦੇ ਦੁਆਰਾ ਚੱਲਣਾ ਹੈ। ਧਿਆਨ ਦਿਓ, ਆਤਮਾ ਦੁਆਰਾ ਚੱਲਣਾ ਤੇ ਸਰੀਰ ਦੇ ਦੁਆਰਾ ਚੱਲਣਾ ਦੋਨੋਂ ਦੋ ਆ। ਕਿਉਂਕਿ ਸਰੀਰ ਦੇ ਵਿੱਚ ਵਿਅਕਤੀ ਚੱਲਦਾ ਚੱਲਦਾ ਥੱਕ ਜਾਊਗਾ, ਨਿਰਾਸ਼ ਹੋ ਜਾਊਗਾ, ਹਤਾਸ਼ ਹੋ ਜਾਊਗਾ, ਘਬਰਾ ਜਾਊਗਾ। ਦੁੱਖ ਮੁਸੀਬਤਾਂ ਨੂੰ ਵੇਖ ਕੇ ਜਾਂ ਪਰੇਸ਼ਾਨੀਆਂ ਨੂੰ ਵੇਖ ਕੇ ਜਾਂ ਸੰਸਾਰ ਦੀਆਂ ਪਰਿਸਥਿਤੀਆਂ ਨੂੰ ਵੇਖ ਕੇ। ਲੇਕਿਨ ਜੋ ਆਤਮਾ ਦੇ ਵਿੱਚ ਆ ਉਹ ਕਦੀ ਵੀ ਘਬਰਾਉਂਦਾ ਨਹੀਂ ਹੈ, ਉਹ ਕਦੀ ਵੀ ਥੱਕਦਾ ਨਹੀਂ ਹੈ, ਉਹ ਕਦੀ ਵੀ ਪਰੇਸ਼ਾਨ ਨਹੀਂ ਹੁੰਦਾ। ਕਾਰਨ ਕਿਉਂਕਿ ਉਹ ਆਤਮਾ 'ਚ ਹੈ। ਉਹਦਾ ਆਤਮਿਕ ਜਨਮ ਹੋ ਗਿਆ, ਉਹ ਆਤਮਿਕ ਆਰਾਧਨਾ ਕਰਦਾ ਹੈ, ਉਹਦੀ ਭਗਤੀ ਆਤਮਿਕ ਆ। ਉਹ ਹੁਣ ਕਿਸੇ ਵੀ ਚੀਜ਼ ਤੋਂ ਡਰਦਾ ਨਹੀਂ ਹੈ। ਇਸ ਲਈ ਆਤਮਾ ਦਾ ਆਨੰਦ ਉਹਦਾ ਕੋਈ ਖਤਮ ਨਹੀਂ ਕਰ ਸਕਦਾ। ਜੇ ਕੋਈ ਸਰੀਰ ਨੂੰ ਮਾਰੂਗਾ ਉਹ ਅੰਦਰੋਂ ਆਨੰਦ ਨਾ ਭਰਿਆ ਹੈ। ਜੇ ਕੋਈ ਉਲਟਾ ਸਿੱਧਾ ਬੋਲਦਾ ਆ ਉਹ ਉਹਨੂੰ ਆਸ਼ੀਸ਼ ਦਿੰਦਾ ਆ, ਕਿਉਂਕਿ ਅੰਦਰੋਂ ਮਜ਼ਬੂਤ ਹੈ ਨਾ। ਜੇ ਬਾਹਰੋਂ ਮਜ਼ਬੂਤ ਜਿੰਨਾ ਮਰਜ਼ੀ ਹੋਏ ਹਾਂ ਉਹ ਗੱਲ ਨਹੀਂ ਹੈ, ਲੇਕਿਨ ਅੰਦਰੋਂ ਮਜ਼ਬੂਤ ਹੈ ਨੇ। ਕਿਸੇ ਨੇ ਆਣ ਕੇ ਉਲਟਾ ਸਿੱਧਾ ਬੋਲ ਦਿੱਤਾ ਉਹਦਾ ਪਰਮੇਸ਼ਰ ਤੈਨੂੰ ਆਸ਼ੀਸ਼ ਦੇ। ਇਹ ਅੰਦਰੋਂ ਕਹਿਣ ਡਿਆ ਹੈ, ਬਾਹਰਲਾ ਧੰਦਾ ਤੇ ਗੁੱਸਾ ਚੜ ਜਾਣਾ। ਮੈਂ ਕਹਿੰਦਾ ਅੱਛਾ ਸਜੀ ਸੇ ਠੀਕ ਹੋ ਜੂ ਨਾ। ਮੈਂ ਜ਼ਿਆਦਾ ਗੁੱਸੇ ਪਤਾ ਕਿਹਦੇ ਨਾਲ ਨਹੀਂ, ਆਪਣੀ ਮੰਮੀ ਨਾਲ ਤੇ ਛੋਟੇ ਭਰਾ ਨਾਲ ਜੀ ਜੀ ਵੀ ਗੱਲ ਕਰਦੇ ਬਿਆਨ। तो आइए सी ये वचन पढ़िया है, एक बार होर पढ़ लांगे। गलातियां 5:16। ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆ ਨਾ ਕਰੋਗੇ। हाँ, ਕਿਉਂ ਜੋ
ਸਰੀਰ ਆਤਮਾ ਦੇ ਵਿਰੁੱਧ ਹਾਂ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ ਹਾਂ ਕਿਉਂ ਜੋ ਇਹ ਇੱਕ ਦੂਜੇ ਦੇ ਵਿਰੁੱਧ ਹਨ। ਬਸ ਸਭ ਤੋਂ ਵੱਡਾ ਸ਼ੈਤਾਨ ਸਾਡਾ ਸਰੀਰ ਹੈ। ਇਸ ਸਰੀਰ ਤੇ ਜੈ ਪਾਉਣੀ ਪਹਿਲਾ ਨੰਬਰ, ਫਿਰ ਸੰਸਾਰ ਤੇ, ਫਿਰ ਅਗਲਾ ਨੰਬਰ ਹੈ ਸ਼ੈਤਾਨ ਤੇ। ਜਿਹਦਾ ਮੈਨੂੰ ਖਤਰਾ ਉਹ ਤੇ ਮੇਰੇ ਨਾਲ ਨਾਲ ਰਹਿੰਦਾ ਆ। ਮੈਂ ਤੇ ਉਹਨੂੰ ਪਿਆਰ ਵੀ ਕਰਦਾ ਹਾਂ, ਉਹਨੂੰ ਕੱਪੜੇ, ਉਹਦੀ ਸਾਫ ਸਫਾਈ, 2 ਟਾਈਮ ਉਹਨੂੰ ਨਵਾਉਣਾ, ਫਿਰ ਟਾਈਮ ਸਿਰ ਸਵਾਉਣਾ, ਇਹੀ ਤੇ ਹੈ ਜਿਹੜਾ ਇਸ ਸਰੀਰ ਤੇ ਜੈ ਪਾਉਣੀ ਪਹਿਲਾ ਨੰਬਰ, ਫਿਰ ਸੰਸਾਰ ਤੇ, ਫਿਰ ਅਗਲਾ ਨੰਬਰ ਹੈ ਸ਼ੈਤਾਨ ਤੇ। ਜਿਹਦਾ ਮੈਨੂੰ ਖਤਰਾ ਉਹ ਤੇ ਮੇਰੇ ਨਾਲ ਨਾਲ ਰਹਿੰਦਾ ਆ। ਮੈਂ ਤੇ ਉਹਨੂੰ ਪਿਆਰ ਵੀ ਕਰਦਾ ਹਾਂ, ਉਹਨੂੰ ਕੱਪੜੇ, ਉਹਦੀ ਸਾਫ ਸਫਾਈ, 2 ਟਾਈਮ ਉਹਨੂੰ ਨਵਾਉਣਾ, ਫਿਰ ਟਾਈਮ ਸਿਰ ਸਵਾਉਣਾ, ਇਹੀ ਤੇ ਹੈ ਜਿਹੜਾ ਕਹਿੰਦਾ ਸੌਂ ਜਾ ਦਿਨੇ ਕਰ ਲਈ ਪ੍ਰਾਰਥਨਾ। ਇਹੀ ਤੇ ਹੈ ਜਿਹੜਾ ਕਹਿੰਦਾ ਕੋਈ ਨਹੀਂ ਰੋਜ਼ ਵਚਨ ਸੁਣਨਾ ਕੋਈ ਜ਼ਰੂਰੀ ਥੋੜੀ, ਕੱਲ ਤੇ ਸੁਣਿਆ ਸੀ, ਉਹ ਤੇ ਆਇਆ ਨਾ। ਇਹ ਤੇ ਰੋਕੂਗਾ, ਇਹ ਤੇ ਕਹੂਗਾ ਮੇਰੀ ਇੱਛਾ ਕੋਈ ਪੂਰੀ ਨਹੀਂ ਕਰਨੀ, ਤੂੰ ਸਾਰੀਆਂ ਇੱਛਾ ਅੰਦਰਲੇ ਦੀਆਂ ਪੂਰੀਆਂ ਕਰਨੀਆਂ। ਉਦਾਹਰਨ ਤੌਰ ਤੇ ਮੇਰੇ 2 ਬੱਚੇ ਆ, ਮੈਂ ਇਸ ਬੱਚੇ ਨੂੰ ਪਰੌਂਠਾ ਦੇ ਦਿੱਤਾ, ਉਹਨੂੰ ਦਿੱਤਾ ਨਹੀਂ, ਉਹ ਤੇ ਲੜਨ ਲਿਆ ਨਾ, ਠੀਕ ਹੈ। ਉਹ ਕਹਿੰਦਾ ਕਿਉਂ, ਮੈਨੂੰ ਕਿਉਂ ਨਹੀਂ, ਮੈਨੂੰ ਦੇ ਨਾ। ਜੇ ਤੂੰ ਵਚਨ ਸਿੱਖਣ ਜਾਣਾ, ਮੈਂ ਤੇਰੇ ਨਾਲ ਜਾਣਾ, ਮੈਂ ਉੱਥੇ ਜੋ ਤੂੰ ਕਹਿਣਾ ਨਾ ਤਾੜੀ ਮਾਰ, ਮੈਂ ਤਾੜੀ ਮਾਰਦਾ। ਜੇ ਤੂੰ ਕਹਿਣਾ ਗੋਡਿਆਂ ਤੇ ਬਹਿ, ਮੈਂ ਗੋਡਿਆਂ ਤੇ ਬਹਿ ਜਾਣਾ। ਤੇ ਫਿਰ ਮੈਨੂੰ ਵੀ ਤੇ ਕੁਛ ਦੇ, ਸੰਸਾਰ ਦੀ ਚੀਜ਼ ਮੈਨੂੰ ਵੀ ਤੇ ਕੋਈ ਦੇ। ਅੰਦਰਲਾ ਤੋਂ ਅਵਨਾਸ਼ੀ, ਅੰਦਰਲੇ ਤੋਂ ਅਵਨਾਸ਼ੀ ਚੀਜ਼ਾਂ ਚਾਹੀਦੀਆਂ। ਇਹ ਬਾਹਰਲਾ ਜਿਹੜਾ ਹੈ ਇਹ ਸੰਸਾਰ ਦਾ ਹੈ, ਇਹਨੂੰ ਸੰਸਾਰ ਦੀਆਂ ਚੀਜ਼ਾਂ ਚਾਹੀਦੀਆਂ। ਲੇਕਿਨ ਕਈ ਵਾਰੀ ਇੰਨਾ ਜੈਵੰਤ ਹੋ ਜਾਂਦਾ ਹੈ, ਕਈ ਵਾਰੀ ਇੰਨਾ ਕਿ ਅੱਗੇ ਵੱਧ ਜਾਂਦਾ ਹੈ, ਇਹ ਫਿਰ ਸਾਡੇ ਅੰਦਰਲੇ ਦੀ ਸੁਣਦਾ ਨਹੀਂ, ਇਹ ਸੁਣੂਗਾ ਤੇ ਬਾਹਰਲੇ ਦੀ। ਇਸ ਲਈ ਲਿਖਿਆ ਦੋਵੇਂ ਇੱਕ ਦੂਜੇ ਦੇ ਵਿਰੋਧੀ ਹੈ। ਜਦੋਂ ਇਹਦੀ ਸੁਣਦੇ ਰਹੇ, ਅੰਦਰ ਆਨੰਦ ਖਤਮ ਹੋ ਜਾਊਗਾ, ਅੰਦਰ ਪਰੇਸ਼ਾਨੀ ਲੱਗਣੀ ਸ਼ੁਰੂ ਹੋ ਜਾਊਗੀ। ਕਿਉਂ? ਕਿਉਂਕਿ ਅੰਦਰਲਾ ਤੇ ਪ੍ਰਭੂ ਦੀ ਵਚਨਾਂ ਨਾਲ, ਆਤਮਿਕ ਆਰਾਧਨਾ ਨਾਲ ਪ੍ਰਸੰਨ ਹੁੰਦਾ ਹੈ। ਇਹ ਬਾਹਰਲਾ ਖਾਣ ਪੀਣ ਦੇ ਨਾਲ, ਸੰਸਾਰ ਦੀਆਂ ਵਸਤੂਆਂ ਦੇ ਨਾਲ ਖੁਸ਼ ਹੁੰਦਾ ਹੈ। ਇਸ ਲਈ ਸਾਨੂੰ ਸਮਝ ਲੱਗਣੀ ਆ ਕਿ ਮੇਰੇ ਨਾਲ 2 ਮਨੁੱਖ ਆ, ਇੱਕ ਅੰਦਰਲਾ ਆ, ਇੱਕ ਬਾਹਰਲਾ ਆ। ਲੇਕਿਨ ਬਹੁਤ ਸਾਰੀਆਂ ਭੀੜਾਂ ਜੋ ਚੱਲ ਰਹੀਆਂ ਨੇ, ਬਹੁਤ ਸਾਰੀਆਂ ਵੱਡੀਆਂ ਵੱਡੀਆਂ ਭੀੜਾਂ ਜਿਹੜੀਆਂ ਪ੍ਰਭੂ ਦੇ ਵਿੱਚ ਜਾਂਦੀਆਂ ਨੇ, ਪ੍ਰਾਰਥਨਾ ਦੇ ਵਿੱਚ ਖੁਸ਼ ਆ, ਥੋੜ੍ਹਾ ਜਿਹਾ ਬੰਦਗੀ 'ਚ ਗਏ ਆਨੰਦ ਆ, ਘਰੇ ਆਣ ਕੇ ਆਨੰਦ ਖਤਮ ਹੋ ਗਿਆ। ਕਾਰਨ ਕੀ? ਉਹਦੇ ਮੋਬਾਈਲ ਦੀ ਬੈਟਰੀ ਵਰਗਾ ਹੋ ਗਿਆ। ਚਾਰਜ ਤੇ ਲਾਓਗੇ ਚਾਰਜ ਹੈ, ਅਗਰ ਚਾਰਜ ਤੋਂ ਲਾਤਾ ਚਾਰਜ ਬੰਦ ਹੋ ਗਿਆ। ਲੇਕਿਨ ਐਸਾ ਥੋੜੀ ਹੈ। ਜਦੋਂ ਅੰਦਰ ਪਰਮੇਸ਼ਰ ਦੇ ਵਚਨ ਦਾ ਆਤਮਿਕ ਆਨੰਦ ਆ ਗਿਆ, ਲਿਖਿਆ ਸਦਾ ਆਨੰਦ ਰਹੋ। ਰਾਤ ਨੂੰ ਕਿਸੇ ਨੇ 12 ਵਜੇ ਆਵਾਜ਼ ਮਾਰੀ, ਉਦੋਂ ਵੀ ਆਨੰਦ ਆ। ਕਿਸੇ ਨੇ ਕਦੋਂ ਵੀ ਸਾਨੂੰ ਬੁਲਾਇਆ, ਉਦੋਂ ਵੀ ਅੰਦਰ ਆਨੰਦ ਆ। ਗੁਲਾਬ ਦਾ ਫੁੱਲ ਜਾਂ ਕਿਸੇ ਵੀ ਤਰ੍ਹਾਂ ਦਾ ਫੁੱਲ ਲੈ ਲਓ, ਉਹਨੂੰ ਅੱਧੀ ਰਾਤ ਨੂੰ ਤੋੜੋਗੇ, ਉਹਦੇ ਚੋਂ ਖੁਸ਼ਬੂ ਨਿਕਲੂਗੀ। ਦੁਪਹਿਰੇ ਤੋੜੋਗੇ ਤਾਂ ਵੀ ਖੁਸ਼ਬੂ ਨਿਕਲੂਗੀ, ਸ਼ਾਮ ਨੂੰ ਤੋੜ ਲਓ ਤਾਂ ਵੀ ਖੁਸ਼ਬੂ ਨਿਕਲੂਗੀ। ਜਿੱਥੇ ਮਰਜ਼ੀ ਰੱਖ ਦਿਓ, ਉਹ ਆਪਣੀ ਮੌਜੂਦਗੀ ਦਰਜ ਕਰਾਊਗਾ। ਮੈਂ ਗੁਲਾਬ ਦਾ ਫੁੱਲ ਹਾਂ, ਮੈਂ ਖੁਸ਼ਬੂ ਵੰਡਦਾ ਹਾਂ। ਤੂੰ ਕੀ ਵੰਡਦਾ? ਸਾਡੇ ਕੋਲ ਕੁਛ ਹੈ ਨਹੀਂ। ਅਸੀਂ ਲੋਕਾਂ ਨੂੰ ਇਹ ਬਾਹਰਲੇ ਦੇ ਦੁਆਰਾ, ਅੰਦਰਲੇ ਦੇ ਦੁਆਰਾ ਤੇ ਚੱਲੇ ਹੀ ਨਹੀਂ। ਅੰਦਰ ਆਤਮਿਕ ਆਨੰਦ ਹੈ ਨਹੀਂ। ਅੰਦਰ ਆਤਮਿਕ ਆਨੰਦ ਨਾ ਹੋਣ ਦੇ ਕਾਰਨ ਇਹ ਬਾਹਰ ਦੇ ਨਾਲ ਚੱਲਦੇ ਆ। ਬਾਹਰਲੇ ਦੇ ਨਾਲ ਇਹ ਬਾਹਰਲਾ ਮਸੀਹ ਦੇ ਵਿੱਚ ਜਾਂਦਾ ਹੈ, ਕਿਉਂਕਿ ਇਹਦਾ ਕਨੈਕਟ ਜੁੜਿਆ ਹੀ ਨਹੀਂ ਹੈ।
ਜਿੰਨਾ ਚਿਰ ਕਨੈਕਟ ਜੁੜਿਆ ਨਹੀਂ ਉਹਨਾਂ ਚਿਰ ਤੱਕ ਅੰਦਰਲਾ ਆਨੰਦ ਨਹੀਂ ਆਉਣਾ। ਅੰਦਰਲਾ ਆਨੰਦ ਨਹੀਂ ਆਇਆ, ਬਾਹਰਲਾ ਆਨੰਦ ਆਉਂਦਾ ਜਾਂਦਾ ਰਹੂਗਾ। ਇਹ ਜ਼ਿਆਦਾ ਚਿਰ ਨਹੀਂ ਹੈ। ਬਾਹਰਲਾ ਆਨੰਦ ਉਹਨਾਂ ਚਿਰ ਹੀ ਆ ਜੇ ਬੰਦਗੀ 'ਚ ਬਹਿ ਕੇ ਸਾਨੂੰ ਬਾਹਰਲੇ ਸਰੀਰ ਨੂੰ ਆਨੰਦ ਆਉਂਦਾ ਹੈ ਤੇ ਉਹ 50 ਸਾਲ 60 ਸਾਲ 70 ਸਾਲ 80 100 ਉਹਦੇ ਬਾਅਦ ਆਨੰਦ ਵੀ ਖਤਮ, ਕਿਉਂਕਿ ਸਾਡੇ ਅੰਦਰ ਤੇ ਕੋਈ ਕੰਮ ਹੋਇਆ ਹੀ ਨਹੀਂ। ਜਦ ਸਾਡੇ ਅੰਦਰ ਇੱਕ ਆਤਮਾ ਦੇ ਵਿੱਚ ਕੰਮ ਹੋ ਗਿਆ, ਆਤਮਾ 'ਚ ਆਨੰਦ ਆ ਗਿਆ ਤੇ ਉਹ ਆਨੰਦ ਸਦਾ ਦਾ ਆਨੰਦ ਆ। ਉਹ ਆਨੰਦ ਕਦੀ ਖਤਮ ਨਹੀਂ ਹੋਣਾ। ਉਹ ਆਨੰਦ ਮਰਨ ਦੇ ਬਾਅਦ ਵੀ ਉਹ ਬਣਿਆ ਰਹੂਗਾ ਔਰ ਜਿਉਂਦੇ ਜੀ ਵੀ ਬਣਿਆ ਰਹੂਗਾ। ਇਸ ਲਈ ਸਾਨੂੰ ਸਮਝ ਲੱਗਣੀ ਆ ਕਿ ਪਰਮੇਸ਼ਰ ਦਾ ਆਨੰਦ ਜਿਹੜਾ ਹੈ ਉਹ ਅੰਦਰ ਹੈ। ਲਿਖਿਆ ਸਦਾ ਆਨੰਦ। ਠੀਕ ਹੈ, ਆਈਏ ਅਸੀਂ ਗਲਾਤੀਆਂ ਦੀ ਪੱਤਰੀ ਉਹਦਾ 5 ਦੇ 19 ਵਚਨ ਪੜ੍ਹ 22 ਵਚਨ ਪੜ੍ਹ ਲਾਂਗੇ। ਪਰ ਆਤਮਾ ਦੇ ਫਲ ਇਹ ਹਨ ਪ੍ਰੇਮ, ਆਨੰਦ। ਦੂਸਰਾ ਫਲ ਕੀ ਆ? ਆਨੰਦ ਆ। ਲਿਖਿਆ ਸਦਾ ਕੀ ਰਹੋ ਆਨੰਦ। ਆਤਮਾ ਦਾ ਫਲ ਅੰਦਰ ਹੋਊਗਾ ਫੇਰ ਹੀ ਤੇ ਆਨੰਦ ਹੋਵਾਂਗੇ, ਨਹੀਂ ਤੇ ਗੁੱਸਾ ਤੇ ਚੜੂਗਾ। ਜਦੋਂ ਗੁੱਸਾ ਚੜੂਗਾ ਸਾਡੀ ਆਤਮਿਕ ਸ਼ਾਂਤੀ ਖਤਮ ਹੋਊਗੀ। ਠੀਕ ਹੈ, ਫਿਰ ਪਰੇਸ਼ਾਨ ਹੋਵਾਂਗੇ, ਫਿਰ ਆਪਣੇ ਆਪ ਹੀ ਆਪਣੇ ਤੇ ਗੁੱਸਾ ਚੜੂਗਾ। ਤੈਨੂੰ ਕਿਉਂ ਇੰਨਾ ਕਰੋਧ ਚੜਦਾ ਹੈ? ਤੈਨੂੰ ਕਿਉਂ ਇੰਨਾ ਗੁੱਸਾ ਆਉਂਦਾ ਆ? ਤੂੰ ਕਿਸੇ ਨੂੰ ਵੇਖ ਕੇ ਲਾਲ ਪੀਲਾ ਕਿਉਂ ਹੋ ਜਾਂਦਾ ਆ? ਜੇ ਵਚਨ ਦੇ ਦੁਆਰਾ ਅਸੀਂ ਪ੍ਰਭੂ ਦੇ ਵਚਨ ਦੇ ਦੁਆਰਾ ਚੱਲਦੇ ਹਾਂ, ਸਾਡਾ ਵਚਨ ਦੇ ਆਧਾਰ ਤੇ ਨਵਾਂ ਜਨਮ ਹੋ ਗਿਆ ਆ। ਹੁਣ ਆਨੰਦ ਹੀ ਆਨੰਦ ਹੈ। ਹੁਣ ਕਦੀ ਵੀ ਨਿਰਾਸ਼ਾ ਹੈ ਹੀ ਨਹੀਂ। ਨਿਰਾਸ਼ਾ ਉਹਨਾਂ ਚਿਰ ਸੀ ਜਿੰਨਾ ਚਿਰ ਤੱਕ ਸਾਡਾ ਉਧਾਰ ਨਹੀਂ ਹੋਇਆ। ਨਿਰਾਸ਼ਾ ਉਹਨਾਂ ਚਿਰ ਤੱਕ ਸੀ ਜਿੰਨਾ ਚਿਰ ਸਾਡੇ ਅੰਦਰ ਨਵਾਂ ਜਨਮ ਹੋਇਆ ਨਹੀਂ। ਜਦ ਨਵਾਂ ਜਨਮ ਹੋ ਗਿਆ, ਵਚਨ ਆ ਗਿਆ, ਹੁਣ ਨਿਰਾਸ਼ਾ ਹੈ ਨਹੀਂ। ਹੁਣ ਅਸੀਂ ਕਦੀ ਨਿਰਾਸ਼ ਹੋਣਾ ਨਹੀਂ। ਇਸ ਲਈ ਅਸੀਂ ਦੁਨੀਆ ਵਰਗੇ ਨਹੀਂ ਆ, ਅਸੀਂ ਡਬਲ ਸਿਮ ਆ। ਦੁਨੀਆ ਨਿਰਾਸ਼ ਹੁੰਦੀ ਆ, ਇਸ ਲਈ ਸਾਡਾ ਵੀ ਬਾਹਰਲਾ ਜਿਹੜਾ ਮਨੁੱਖ ਹੈ ਕਈ ਵਾਰ ਨਿਰਾਸ਼ ਅੰਦਰ ਲਾਂਦਾ। ਕਿਉਂ ਨਿਰਾਸ਼ ਕਿਉਂ ਆ? ਮੈਂ ਤੇਰੇ ਨਾਲ ਆਨੰਦ ਨਾਲ ਭਰਿਆ, ਤੂੰ ਕਿਉਂ ਨਹੀਂ? ਪ੍ਰਭੂ ਹੈਗਾ ਹੈ, ਕਰ ਲੂ ਸਾਰਾ ਕੁਝ, ਚਿੰਤਾ ਨਾ ਕਰ। ਅੰਦਰੋਂ ਕੀ ਆਉਂਦੀਆਂ ਆਵਾਜ਼ਾਂ? ਫਿਰ ਜਦੋਂ ਅੰਦਰੋਂ ਆਵਾਜ਼ਾਂ ਆਉਂਦੀਆਂ ਫਿਰ ਹਾਲੇਲੂਇਆ, ਤੇਰਾ ਸ਼ੁਕਰਿਆ, ਫਿਰ ਭਾਸ਼ਾ ਬਦਲ ਜਾਂਦੀ, ਫਿਰ ਅੰਦਰ ਦੀ ਸਾਰੀ ਰੁਕਾਵਟ ਜਿਹੜੀ ਟੁੱਟ ਜਾਂਦੀ। ਇਸ ਲਈ ਸਦਾ ਕੀ ਰਹੋ, ਸਦਾ ਕੀ ਰਹੋ, ਸਦਾ ਕੀ ਰਹੋ। ਆਨੰਦ ਤਾਂ ਰਵਾਂਗੇ ਜੇ ਮੇਰੇ ਅੰਦਰ ਪਰਮੇਸ਼ਰ ਦੇ ਵਚਨ ਦਾ ਬੀਜ ਆ ਗਿਆ, ਜੇ ਮੇਰੇ ਅੰਦਰ ਆਨੰਦ ਨਾਲ ਭਰਿਆ ਪਰਮੇਸ਼ਰ ਆ ਗਿਆ, ਉਹ ਵਚਨਾਂ ਦੁਆਰਾ ਮੇਰੇ ਅੰਦਰ ਪਹੁੰਚ ਗਿਆ ਆ, ਮੇਰਾ ਨਵਾਂ ਜਨਮ ਹੋ ਗਿਆ ਆ। ਹੁਣ ਮੇਰੇ ਅੰਦਰ ਆਤਮਾ ਦੇ ਫਲ ਵੀ ਆ ਗਏ। ਆਤਮਾ ਦਾ ਪਹਿਲਾ ਫਲ ਕੀ ਆ? ਪ੍ਰੇਮ ਤੇ ਆਨੰਦ। ਆਨੰਦ ਨਾਲ ਭਰਿਆ ਵਿਅਕਤੀ ਦੂਸਰਿਆਂ ਨੂੰ ਵੀ ਆਨੰਦਿਤ ਕਰਦਾ ਰਹਿੰਦਾ ਹੈ। ਦੂਸਰਿਆਂ ਦੇ ਕੋਲ ਜਾ ਕੇ ਵੀ ਕਮਜ਼ੋਰਾਂ ਨੂੰ ਬਲ ਦਿੰਦਾ ਰਹਿੰਦਾ ਹੈ, ਉਹਨਾਂ ਦੇ ਸਿਰ ਤੇ ਹੱਥ ਰੱਖਦਾ ਹੈ, ਉਹਨਾਂ ਨੂੰ ਤਸੱਲੀ ਦਿੰਦਾ ਹੈ, ਉਹਨਾਂ ਨੂੰ ਕਹਿੰਦਾ ਡਰੋ ਨਾ, ਅਸੀਂ ਇਕੱਲੇ ਨਹੀਂ ਆ, ਸਾਡਾ ਇੱਕ ਪਰਮੇਸ਼ਰ ਆ, ਸਾਡਾ ਇੱਕ ਬਾਪ ਆ ਜਿਹੜਾ ਸਦਾ ਸਾਡੇ ਸੰਗ ਆ। ਜਦੋਂ ਸਾਰੇ ਛੱਡ ਕੇ ਚਲੇ ਗਏ, ਜਦੋਂ ਸਾਰਿਆਂ ਸਾਨੂੰ ਤਿਆਗ ਦਿੱਤਾ, ਉਦੋਂ ਵੀ ਉਹ ਕਹੂਗਾ ਨਾ ਡਰ, ਮੈਂ ਤੇਰੇ ਨਾਲ ਆ, ਮੈਂ ਤੇਰੇ ਅੰਦਰ ਆ, ਤੂੰ ਕਦੀ ਨਿਰਾਸ਼ ਨਾ ਹੋ। ਤਾਂ ਇਸ ਲਈ ਪਹਿਲੀ ਗੱਲ ਅਸੀਂ ਸਿੱਖੀ ਆ, ਅੰਦਰ ਕੰਮ ਹੋ ਗਿਆ ਤੇ ਮਸੀਹ ਦੇ ਵਚਨਾਂ ਦਾ ਅੰਦਰ ਕੰਮ ਹੋ ਗਿਆ, ਨਵਾਂ ਜਨਮ ਹੋ ਗਿਆ, ਤੇ ਫਿਰ ਸਵਰਗ ਦਾ ਆਨੰਦ ਯੁਗਾਂ ਯੁਗ ਸਾਡੇ ਅੰਦਰ ਬਣਿਆ ਰਹੂਗਾ। ਫਿਰ ਮੌਤ ਨੂੰ ਵੇਖ ਕੇ ਡਰ ਨਹੀਂ ਲੱਗੂਗਾ, ਮੁਸੀਬਤ ਨੂੰ ਵੇਖ ਕੇ ਡਰ ਨਹੀਂ ਲੱਗੂਗਾ, ਜੰਗ ਲੱਗ ਜਾਵੇ ਡਰ ਨਹੀਂ ਲੱਗੂਗਾ। ਜੰਗ ਦੇ ਵਿੱਚ ਲੋਕਾਂ ਨੂੰ ਅਸੀਂ ਪਾਣੀ ਪਿਆਵਾਂਗੇ, ਜੰਗ ਦੇ ਵਿੱਚ ਲੋਕਾਂ ਦੀ ਅਸੀਂ ਮਲਮ ਪੱਟੀ ਕਰਾਂਗੇ, ਕਾਰਨ ਆਨੰਦ ਨਾਲ ਭਰੇ ਹੋਏ ਹਾਂ। ਸਾਨੂੰ ਕਿਸੇ ਚੀਜ਼ ਦੀ ਡਰ, ਸਾਨੂੰ ਕਿਸੇ ਚੀਜ਼ ਦਾ ਖਤਰਾ ਕਿਉਂ? ਅਸੀਂ ਆਤਮਾ 'ਚ ਆ ਚੁੱਕੇ ਹਾਂ, ਅਸੀਂ ਸਰੀਰ 'ਚ ਨਹੀਂ ਆ। ਜਿਹੜੇ ਸਰੀਰ 'ਚ ਰਹਿੰਦੇ ਉਹ ਦੁਖੀ ਆ, ਜਿਹੜੇ ਸਰੀਰ ਦੇ ਵਿੱਚ ਬੰਦਗੀ ਕਰਦੇ ਉਹ ਪਰੇਸ਼ਾਨ ਆ, ਲੇਕਿਨ ਅਸੀਂ ਪਰੇਸ਼ਾਨ ਨਹੀਂ ਆ। ਅਸੀਂ ਆਤਮਿਕ ਆ, ਸਾਡਾ ਪ੍ਰਭੂ ਆਤਮਿਕ ਆ,
ਅਸੀਂ ਆਤਮਾ ਦੇ ਦੁਆਰਾ ਸੰਗਤੀ ਕਰਦੇ ਹਾਂ, ਅਸੀਂ ਆਤਮਿਕ ਗੀਤ ਗਾਉਣੇ ਆ, ਅਸੀਂ ਆਤਮਾ 'ਚ ਭਰ ਕੇ ਵਚਨ ਸਿੱਖਦੇ ਹਾਂ। ਸਾਰੇ ਸਾਡੇ ਕੰਮ ਆਤਮਿਕ ਆ। ਆਈ ਅਸੀਂ ਪ੍ਰਭੂ ਦਾ ਵਚਨ ਇੱਕ ਪੜ੍ਹ ਕੇ ਫਿਰ ਆਮੀਨ ਕਰਾਂਗੇ। ਰੋਮੀਆਂ ਦੀ ਕਿਤਾਬ 8 ਦੇ 14 ਵਚਨ।